ਸਤਿ ਸ਼੍ਰੀ ਅਕਾਲ ਮੇਰੇ ਪਿਆਰੇ ਦੋਸਤੋ। ਮੈਂ ਤੁਹਾਡਾ ਦੋਸਤ ਕਮਲਦੀਪ, ਮੈਥ ਮਾਸਟਰ, ਸਰਕਾਰੀ ਹਾਈ ਸਕੂਲ ਪਟਲਾ, ਜ਼ਿਲ੍ਹਾ ਬਰਨਾਲਾ ਤੋਂ। ਅੱਜ ਮੈਂ ਫੇਰ ਤੁਹਾਡੇ ਨਾਲ ਸਾਂਝਾ ਕਰਾਂਗਾ 10ਵੀਂ ਜਮਾਤ ਦਾ ਚੈਪਟਰ ਨੰਬਰ 13, ਜੋ ਹੈ ਸਾਡੇ ਕੋਲ ਸਤਹੀ ਖੇਤਰਫਲ ਅਤੇ ਆਇਤਨ। ਜਿਸ ਤਰ੍ਹਾਂ ਕਿ ਅਸੀਂ ਪਹਿਲਾਂ ਇਸ ਦੇ ਜੋ ਫਾਰਮੂਲੇ ਸਨ, ਸੂਤਰ ਸਨ, ਉਹ ਕਰ ਚੁੱਕੇ ਹਾਂ। ਤਾਂ ਸਭ ਤੋਂ ਪਹਿਲਾਂ ਅਸੀਂ ਇੱਕ ਛੋਟੀ ਜਿਹੀ ਦੁਹਰਾਈ ਕਰਦੇ ਹਾਂ, ਜਿਸ ਦੇ ਵਿੱਚ ਜੋ ਅਸੀਂ ਪਿਛਲੀ ਕਲਾਸ ਦੇ ਵਿੱਚ ਪੜ੍ਹਿਆ ਸੀ ਉਹ ਇੱਕ ਵਾਰ ਫਿਰ ਤੋਂ ਦੁਹਰਾਈ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਕੀਤਾ ਸੀ ਖੇਤਰਫਲ। ਖੇਤਰਫਲ ਕੀ ਹੁੰਦਾ ਹੈ? ਤਾਂ ਜੋ ਵੀ ਬੰਦ ਆਕ੍ਰਿਤੀ ਦੇ ਪਰਿਮਾਪ ਦੇ ਵਿਚਕਾਰ ਤਲ ਹੁੰਦਾ ਹੈ ਉਹ ਉਸ ਦਾ ਖੇਤਰਫਲ ਅਖਵਾਉਂਦਾ ਹੈ, ਜਾਂ ਜੋ ਸਤ੍ਹਾ ਅਸੀਂ ਛੂ ਕੇ ਦੇਖ ਸਕਦੇ ਹਾਂ ਉਹ ਉਸ ਵਸਤੂ ਦਾ ਖੇਤਰਫਲ ਅਖਵਾਉਂਦੀ ਹੈ। ਹੁਣ ਇਸ ਤੋਂ ਬਾਅਦ ਜੋ ਅਸੀਂ ਸੀ ਅਲੱਗ-ਅਲੱਗ ਤਰ੍ਹਾਂ ਦੀਆਂ ਜੋ ਆਕ੍ਰਿਤੀਆਂ ਸਨ ਉਹਨਾਂ ਦੇ ਖੇਤਰਫਲ ਬਾਰੇ ਗੱਲ ਕੀਤੀ ਸੀ। ਜਿਸ ਤਰ੍ਹਾਂ ਕਿ ਘਨ ਜਿਸ ਦੀਆਂ ਸਾਰੀਆਂ ਭੁਜਾਵਾਂ ਬਰਾਬਰ ਹੁੰਦੀਆਂ ਹਨ, ਇਸ ਦੀ ਕੁੱਲ ਸਤ੍ਹਾ ਦਾ ਖੇਤਰਫਲ 6a² ਅਤੇ ਪਾਸਵੀ ਸਤ੍ਹਾ ਯਾਨੀ ਕਿ ਸਿਰਫ ਦੀਵਾਰਾਂ ਦਾ ਖੇਤਰਫਲ ਬਰਾਬਰ ਹੈ 4a²। ਇਸ ਤਰ੍ਹਾਂ ਅਸੀਂ ਘਨ ਦਾ ਸੂਤਰ ਕੀਤਾ ਸੀ। ਇਸ ਤੋਂ ਬਾਅਦ ਅਸੀਂ ਕੀਤਾ ਸੀ ਘਨਾਭ ਜਿਸ ਦੀਆਂ ਸਾਰੀਆਂ ਭੁਜਾਵਾਂ ਵੱਖੋ ਵੱਖ ਹੁੰਦੀਆਂ ਹਨ, ਲੰਬਾਈ, ਚੌੜਾਈ ਅਤੇ ਉਚਾਈ। ਤਾਂ ਇਸ ਨੂੰ ਜਦੋਂ ਅਸੀਂ ਓਪਨ ਕਰਦੇ ਹਾਂ, ਸਾਰੀ ਜੋ ਘਨਾਭ ਹੈ ਇਸ ਨੂੰ ਖੋਲ੍ਹ ਕੇ ਦੇਖਦੇ ਹਾਂ ਤਾਂ ਸਾਡੇ ਕੋਲ ਆਇਤ ਦੇ ਰੂਪ ਵਿੱਚ 6 ਫਲਕਾਂ ਪ੍ਰਾਪਤ ਹੁੰਦੀਆਂ ਹਨ, ਜਿਸ ਦਾ ਅਸੀਂ ਸੂਤਰ ਕੀਤਾ ਸੀ। ਤਾਂ ਸਾਡੇ ਕੋਲ ਇਸ ਦੀ ਕੁੱਲ ਸਤ੍ਹਾ ਦਾ ਖੇਤਰਫਲ ਆ ਗਿਆ ਸੀ 2 ਲੰਬਾਈ ਗੁਣਾ ਚੌੜਾਈ ਪਲੱਸ ਲੰਬਾਈ ਗੁਣਾ ਉਚਾਈ ਪਲੱਸ ਚੌੜਾਈ ਗੁਣਾ ਉਚਾਈ। ਇਸ ਨੂੰ ਅਸੀਂ ਕਹਿ ਸਕਦੇ ਹਾਂ 2 LB ਪਲੱਸ LH ਪਲੱਸ BH। ਇਸੇ ਤਰ੍ਹਾਂ ਜਦੋਂ ਅਸੀਂ ਸਿਰਫ ਪਾਸਵੀ ਸਤ੍ਹਾ ਦੀ ਗੱਲ ਕਰੀਏ, ਯਾਨੀ ਕਿ ਸਿਰਫ ਤੇ ਸਿਰਫ ਚਾਰੇ ਦੀਵਾਰਾਂ ਦੀ ਗੱਲ ਕਰੀਏ, ਤਾਂ ਅਸੀਂ ਇਸ ਦਾ ਜੋ ਫਰਸ਼ ਹੈ ਅਤੇ ਇਸ ਦੀ ਜੋ ਛੱਤ ਹੈ ਉਸ ਨੂੰ ਛੱਡ ਦੇਵਾਂਗੇ। ਤਾਂ ਸਾਡੇ ਕੋਲ ਪਾਸਵੀ ਸਤ੍ਹਾ ਦਾ ਖੇਤਰਫਲ ਆ ਜਾਏਗਾ 2 L ਪਲੱਸ B ਇੰਟੂ H। ਇਸ ਤਰ੍ਹਾਂ ਅਸੀਂ ਘਨਾਭ ਦੀ ਪਾਸਵੀ ਸਤ੍ਹਾ ਦਾ ਖੇਤਰਫਲ ਜੋ ਸੀ ਪਤਾ ਕਰ ਸਕਦੇ ਸੀ। ਉਸ ਤੋਂ ਬਾਅਦ ਸਾਡੇ ਕੋਲ ਆ ਜਾਂਦਾ ਹੈ ਬੇਲਨਾਕਾਰ ਆਕ੍ਰਿਤੀ ਦੇ ਵਿੱਚ ਸਾਡੇ ਕੋਲ ਅਰਧ ਵਿਆਸ ਦਿੱਤਾ ਹੁੰਦਾ ਹੈ ਅਤੇ ਇਸ ਦੀ ਉਚਾਈ। ਤਾਂ ਇਸ ਦੀ ਜੋ ਵਕਰ ਸਤ੍ਹਾ ਹੈ ਯਾਨੀ ਕਿ ਚਾਰੇ ਦੀਵਾਰਾਂ ਸਾਰੀਆਂ ਸਾਈਡਸ ਹਨ, ਤਾਂ ਉਸ ਦਾ ਖੇਤਰਫਲ ਹੁੰਦਾ ਹੈ 2πRH। ਇਸੇ ਤਰ੍ਹਾਂ ਜਦੋਂ ਕੁੱਲ ਖੇਤਰਫਲ ਦੀ ਗੱਲ ਕਰਦੇ ਹਾਂ ਤਾਂ ਨੀਚੇ ਵਾਲਾ ਅਤੇ ਉੱਪਰ ਵਾਲਾ ਜੋ ਸਰਕਲ ਪਾਰਟ ਹੈ, ਚੱਕਰਾਕਾਰ ਹਿੱਸਾ ਹੈ, ਜੁੜ ਜਾਂਦਾ ਹੈ ਤੇ ਸਾਡੇ ਕੋਲ ਖੇਤਰਫਲ ਆ ਜਾਂਦਾ ਹੈ 2πR R ਪਲੱਸ H। ਹੁਣ ਅਸੀਂ ਗੱਲ ਕਰਾਂਗੇ ਗੋਲੇ ਦੀ। ਗੋਲਾ ਕੀ ਹੁੰਦਾ ਹੈ? ਗੋਲਾ ਇੱਕ 3 ਪਸਾਰੀ ਆਕ੍ਰਿਤੀ ਹੈ ਜਿਸ ਦੇ ਵਿੱਚ ਬਹੁਤ ਸਾਰੇ ਬਿੰਦੂ ਇੱਕ ਨਿਸ਼ਚਿਤ ਬਿੰਦੂ ਤੋਂ ਸਮਾਨ ਦੂਰੀ ਤੇ ਹੁੰਦੇ ਹਨ। ਇਹ 3 ਪਸਾਰੀ ਯਾਨੀ ਕਿ ਇਹ ਸਾਰੇ ਪਾਸੇ ਨੂੰ ਫੈਲਿਆ ਹੋਇਆ ਹੁੰਦਾ ਹੈ। ਜੇਕਰ ਇਸ ਦਾ ਅਰਧ ਵਿਆਸ R ਹੋਵੇ ਤਾਂ ਇਸ ਦੀ ਸਤ੍ਹਾ ਦਾ ਖੇਤਰਫਲ ਜੋ ਹੁੰਦਾ ਹੈ ਉਹ ਹੁੰਦਾ ਹੈ 4πR²। ਤਾਂ ਅਸੀਂ ਗੋਲੇ ਦਾ ਖੇਤਰਫਲ ਜੋ ਹੈ ਉਹ ਪਤਾ ਕਰ ਸਕਦੇ ਹਾਂ। ਉਸ ਤੋਂ ਬਾਅਦ ਸਾਡੇ ਕੋਲ ਹੈ ਅਰਧ ਗੋਲਾ। ਜਦੋਂ ਅਸੀਂ ਕਿਸੇ ਗੋਲੇ ਨੂੰ 2 ਬਰਾਬਰ ਹਿੱਸਿਆਂ ਦੇ ਵਿੱਚ ਵੰਡ ਲੈਂਦੇ ਹਾਂ, ਕੱਟ ਦਿੰਦੇ ਹਾਂ, ਤਾਂ ਸਾਡੇ ਕੋਲ ਜੋ ਆਕ੍ਰਿਤੀ ਮਿਲਦੀ ਹੈ ਉਹ ਅਰਧ ਗੋਲਾ ਅਖਵਾਉਂਦੀ ਹੈ। ਅਰਧ ਗੋਲੇ ਦੇ 2 ਤਰ੍ਹਾਂ ਦੇ ਖੇਤਰਫਲ ਹੋ ਸਕਦੇ ਹਨ। ਇੱਕ ਪਾਸਵੀ ਸਤ੍ਹਾ ਦਾ ਯਾਨੀ ਕਿ ਸਿਰਫ ਤੇ ਸਿਰਫ ਗੋਲਾਈ ਵਾਲਾ ਪਾਰਟ ਜੋ ਕਿ 2πR² ਹੁੰਦਾ ਹੈ, ਅਤੇ ਇੱਕ ਕੁੱਲ ਸਤ੍ਹਾ ਦਾ ਜਿਸ ਦੇ ਵਿੱਚ ਉਸਦਾ ਜੋ ਆਧਾਰ ਹੈ, ਬੇਸ ਹੈ, ਉਹ ਵੀ ਜੋੜ ਲਿਆ ਜਾਂਦਾ ਤੇ ਸਾਡੇ ਕੋਲ ਆ ਜਾਂਦਾ ਹੈ 3πR²। ਇਸ ਤਰ੍ਹਾਂ ਅਸੀਂ ਅਰਧ ਗੋਲੇ ਦੀ ਕੁੱਲ ਸਤ੍ਹਾ ਦਾ ਖੇਤਰਫਲ ਪਤਾ ਕਰ ਸਕਦੇ ਹਾਂ। ਹੁਣ ਅਸੀਂ ਗੱਲ ਕਰਦੇ ਹਾਂ ਸ਼ੰਕੂ ਦੀ। ਸ਼ੰਕੂ ਜਿਸ ਤਰ੍ਹਾਂ ਕਿ ਅਸੀਂ ਦੇਖਦੇ ਹਾਂ ਕਿ ਬੱਚੇ ਜੋ ਆਪਣੇ ਜਨਮ ਦਿਨ ਦੇ ਉੱਪਰ ਟੋਪੀ ਲੈਂਦੇ ਹਨ ਉਹ ਸ਼ੰਕੂਕਾਰ ਦੀ ਹੁੰਦੀ ਹੈ। ਤਾਂ ਇਸ ਦੇ ਵਿੱਚ ਜੋ ਇਸ ਦੀ ਵਕਰ ਸਤ੍ਹਾ ਦਾ ਖੇਤਰਫਲ ਹੁੰਦਾ ਹੈ ਉਹ ਬਰਾਬਰ ਹੁੰਦਾ ਹੈ πRL ਦੇ।
ਇੱਥੇ ਇੱਕ ਨਵੀਂ ਟਰਮ ਵਰਤੀ ਗਈ ਹੈ, ਯੂਜ਼ ਕੀਤੀ ਗਈ ਹੈ ਐਲ। ਐਲ ਬਰਾਬਰ ਹੈ ਆਰ ਸਕੁਏਅਰ ਪਲੱਸ ਐਚ ਸਕੁਏਅਰ ਸਾਰੇ ਦਾ ਸਕੁਏਅਰ ਰੂਟ। ਆਰ ਜਾਨੀ ਕਿ ਅਰਧ ਵਿਆਸ, ਐਚ ਜਾਨੀ ਕਿ ਉਚਾਈ। ਇਸ ਤੋਂ ਬਾਅਦ ਜੇਕਰ ਅਸੀਂ ਇਸ ਦੀ ਕੁੱਲ ਸਤ੍ਹਾ ਦੇ ਖੇਤਰਫਲ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਜੋ ਇਸ ਦਾ ਆਧਾਰ ਹੈ ਜੋ ਕਿ ਚੱਕਰਾਕਾਰ ਹਿੱਸਾ ਹੈ ਉਹ ਵਿੱਚ ਜੁੜ ਜਾਂਦਾ ਹੈ, ਤਾਂ ਸਾਡੇ ਕੋਲ ਇਸ ਦਾ ਖੇਤਰਫਲ ਆ ਜਾਂਦਾ ਹੈ ਪਾਈ ਆਰ ਬ੍ਰੈਕਟ ਸਟਾਰਟ ਆਰ ਪਲੱਸ ਐਲ। ਇਸ ਤਰ੍ਹਾਂ ਅਸੀਂ ਸ਼ੰਕੂ ਦੀ ਕੁੱਲ ਸਤ੍ਹਾ ਦਾ ਜੋ ਖੇਤਰਫਲ ਹੈ ਉਹ ਪਤਾ ਕਰ ਸਕਦੇ ਹਾਂ। ਹੁਣ ਇਸ ਤੋਂ ਬਾਅਦ ਅਸੀਂ ਜੋ ਕਰਾਂਗੇ ਉਹ ਕਰਾਂਗੇ ਇਸ 13ਵੀਂ ਅਧਿਆਏ ਦੇ ਸਵਾਲ। ਸਾਡੇ ਕੋਲ ਹੈ ਅਭਿਆਸ 13.1 ਜਿਸ ਦੇ ਵਿੱਚ ਅਸੀਂ ਵੱਖ-ਵੱਖ ਆਕ੍ਰਿਤੀਆਂ ਦੇ ਖੇਤਰਫਲ ਦੀ ਗੱਲ ਕਰਾਂਗੇ। ਅਭਿਆਸ 13.1 ਦੇ ਵਿੱਚ ਜੋ ਸਾਨੂੰ ਸਭ ਤੋਂ ਪਹਿਲਾ ਸਵਾਲ ਦਿੱਤਾ ਹੋਇਆ ਹੈ ਉਸ ਦੇ ਵਿੱਚ ਸਾਨੂੰ ਕਿਹਾ ਗਿਆ ਹੈ ਦੋ ਘਨ ਜਿਨ੍ਹਾਂ ਵਿੱਚੋਂ ਹਰੇਕ ਦਾ ਆਇਤਨ 64 ਸੈਂਟੀਮੀਟਰ ਦੀ ਪਾਵਰ 3 ਹੈ ਦੇ ਸਮਾਨ ਫਲਕਾਂ ਨੂੰ ਮਿਲਾ ਕੇ ਇੱਕ ਠੋਸ ਬਣਾਇਆ ਗਿਆ ਹੈ। ਇਸ ਤਰ੍ਹਾਂ ਜੋ ਸਾਡੇ ਕੋਲ ਠੋਸ ਪ੍ਰਾਪਤ ਹੁੰਦਾ ਹੈ ਉਸ ਦੀ ਅਸੀਂ ਸਤ੍ਹਾ ਦਾ ਖੇਤਰਫਲ ਪਤਾ ਕਰਨਾ ਹੈ। ਤਾਂ ਜਿਸ ਤਰ੍ਹਾਂ ਸਾਨੂੰ ਕੁਐਸਚਨ ਦੇ ਵਿੱਚ ਕਿਹਾ ਗਿਆ ਹੈ ਕਿ ਸਾਡੇ ਕੋਲ ਦੋ ਘਨਾਭ ਹਨ ਜਿਨ੍ਹਾਂ ਵਿੱਚੋਂ ਹਰੇਕ ਦਾ ਜੋ ਆਇਤਨ ਹੈ 64 ਸੈਂਟੀਮੀਟਰ ਦੀ 3 ਹੈ। ਇਸ ਦੇ ਜੋ ਦੋ ਸਮਾਨ ਫਲਕ ਸਨ ਉਹਨਾਂ ਨੂੰ ਆਪਸ ਵਿੱਚ ਮਿਲਾ ਦਿੱਤਾ ਜਾਂਦਾ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਜੋ ਘਨ ਹੁੰਦੇ ਹਨ ਉਹਨਾਂ ਦੀਆਂ ਸਾਰੀਆਂ ਭੁਜਾਵਾਂ ਬਰਾਬਰ ਹੁੰਦੀਆਂ ਹਨ, ਤਾਂ ਇਹਦੇ ਦੋ ਸਮਾਨ ਫਲਕ ਜਿਹੜੇ ਸੀਗੇ ਉਹ ਮਿਲਾ ਦਿੱਤੇ ਗਏ ਤਾਂ ਸਾਡੇ ਕੋਲ ਜੋ ਨਵੀਂ ਆਕ੍ਰਿਤੀ ਆਈ ਉਹ ਜਿਸ ਤਰ੍ਹਾਂ ਕਿ ਤੁਸੀਂ ਤਸਵੀਰ ਵਿੱਚ ਦੇਖ ਪਾ ਰਹੇ ਹੋ ਇਸ ਤਰ੍ਹਾਂ ਦੀ ਆਕ੍ਰਿਤੀ ਬਣ ਜਾਂਦੀ ਹੈ, ਜਿਸ ਦੇ ਵਿੱਚ ਇਸ ਦੀ ਜੋ ਲੰਬਾਈ ਹੈ ਉਹ ਡਬਲ ਹੋ ਜਾਂਦੀ ਹੈ, ਯਾਨੀ ਕਿ ਜਿੰਨੀ ਪਹਿਲਾਂ ਸੀ ਉਸ ਤੋਂ ਡਬਲ ਹੋ ਜਾਂਦੀ ਹੈ। ਚੌੜਾਈ ਸੇਮ ਰਹਿੰਦੀ ਹੈ ਅਤੇ ਉਚਾਈ ਵੀ ਸੇਮ ਰਹਿੰਦੀ ਹੈ। ਹੁਣ ਸਭ ਤੋਂ ਪਹਿਲਾਂ ਘਨ ਦਾ ਆਇਤਨ ਬਰਾਬਰ ਹੈ 64 ਸੈਂਟੀਮੀਟਰ ਦੀ ਪਾਵਰ 3। ਤਾਂ ਸਾਨੂੰ ਪਤਾ ਹੈ ਕਿ ਘਨ ਦਾ ਆਇਤਨ ਕਿਸ ਦੇ ਬਰਾਬਰ ਹੁੰਦਾ ਹੈ, ਕਿਨਾਰੇ ਦੀ ਪਾਵਰ 3 ਯਾਨੀ ਕਿ ਭੁਜਾ ਦੀ ਪਾਵਰ 3। ਤਾਂ ਇਸ ਤਰ੍ਹਾਂ ਜਦੋਂ ਅਸੀਂ ਇਸ ਨੂੰ 64 ਦੇ ਬਰਾਬਰ ਰੱਖਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਕਿਨਾਰੇ ਦੀ ਪਾਵਰ 3 ਬਰਾਬਰ ਹੈ 4 ਦੀ 3। ਤਾਂ ਸਾਡੇ ਕੋਲ ਜੋ ਕਿਨਾਰਾ ਹੈ ਉਹ 4 ਸੈਂਟੀਮੀਟਰ ਦਾ ਆ ਜਾਂਦਾ ਹੈ। ਤਾਂ ਪਹਿਲੇ ਘਨ ਦਾ ਜੋ ਕਿਨਾਰਾ ਹੈ ਉਹ 4 ਸੈਂਟੀਮੀਟਰ ਆ ਜਾਂਦਾ ਹੈ, ਕਿਉਂਕਿ ਦੂਸਰਾ ਘਨ ਹੈ ਉਸ ਦੀ ਭੁਜਾ ਵੀ ਬਰਾਬਰ ਹੀ ਹੈ, ਕਿਨਾਰਾ ਵੀ ਬਰਾਬਰ ਹੈ, ਤਾਂ ਦੂਸਰੇ ਘਨ ਦਾ ਕਿਨਾਰਾ ਵੀ 4 ਸੈਂਟੀਮੀਟਰ ਆ ਜਾਂਦਾ ਹੈ। ਜਦੋਂ ਅਸੀਂ ਦੋਨੇ ਘਨ ਨੂੰ ਆਪਸ ਦੇ ਵਿੱਚ ਮਿਲਾਉਂਦੇ ਹਾਂ ਤਾਂ ਇਸ ਦੀ ਜੋ ਲੰਬਾਈ ਹੈ ਉਹ ਡਬਲ ਹੋ ਜਾਂਦੀ ਹੈ, ਯਾਨੀ ਕਿ ਇਸ ਦੀ ਲੰਬਾਈ 4 + 4 ਸਾਡੇ ਕੋਲ 8 ਹੋ ਜਾਂਦੀ ਹੈ। ਤਾਂ ਦੋਨਾਂ ਨੂੰ ਮਿਲਾ ਕੇ ਪ੍ਰਾਪਤ ਘਨਾਭ ਦੀ ਲੰਬਾਈ ਬਰਾਬਰ ਹੈ 8 ਸੈਂਟੀਮੀਟਰ, ਚੌੜਾਈ 4 ਸੈਂਟੀਮੀਟਰ, ਉਚਾਈ ਜਿਸ ਦੇ ਵਿੱਚ ਕੋਈ ਵੀ ਬਦਲਾਵ ਨਹੀਂ ਆਇਆ ਹੈ ਉਹ ਵੀ ਸਾਡੇ ਕੋਲ 4 ਸੈਂਟੀਮੀਟਰ ਆ ਜਾਂਦੀ ਹੈ। ਤਾਂ ਅਸੀਂ ਜੋ ਸਾਡੇ ਪਹਿਲੇ ਲੈਕਚਰ ਦੇ ਵਿੱਚ ਅਤੇ ਅੱਜ ਵੀ ਦੁਹਰਾਈ ਸਮੇਂ ਕੀਤਾ ਸੀ ਕਿ ਘਨਾਭ ਦੀ ਕੁੱਲ ਸਤ੍ਹਾ ਦਾ ਖੇਤਰਫਲ ਜੋ ਹੈ ਉਹ ਬਰਾਬਰ ਹੁੰਦਾ ਹੈ 2 ਲੰਬਾਈ ਚੌੜਾਈ ਪਲੱਸ ਚੌੜਾਈ ਗੁਣਾ ਉਚਾਈ ਪਲੱਸ ਲੰਬਾਈ ਗੁਣਾ ਉਚਾਈ। ਤਾਂ ਅਸੀਂ ਉੱਥੇ ਜਿਹੜੇ ਮੁੱਲ ਹਨ ਉਹ ਫਿਲ ਕਰ ਦੇਵਾਂਗੇ। ਤਾਂ ਸਾਡੇ ਕੋਲ ਆ ਜਾਏਗਾ 2 ਬ੍ਰੈਕਟ ਸਟਾਰਟ 8 × 4 ਯਾਨੀ ਕਿ 8 × 4 ਪਲੱਸ 4 × 4 ਯਾਨੀ ਕਿ 4 × 4 ਪਲੱਸ 4 × 8 ਯਾਨੀ ਕਿ 4 × 8। ਤਾਂ ਇੱਥੇ ਮੁੱਲ ਭਰਨ ਤੋਂ ਬਾਅਦ ਅਸੀਂ ਹੁਣ ਜੋ ਬ੍ਰੈਕਟ ਹੈ ਇਸ ਨੂੰ ਸੋਲਵ ਕਰਾਂਗੇ। ਸੋਲਵ ਕਰਨ ਸਮੇਂ ਜਦੋਂ ਅਸੀਂ ਦੇਖਦੇ ਹਾਂ ਕਿ ਸਭ ਤੋਂ ਪਹਿਲਾਂ 4 ਨੂੰ ਅਸੀਂ 8 ਦੇ ਨਾਲ ਗੁਣਾ ਕਰਦੇ ਹਾਂ ਤਾਂ ਸਾਡੇ ਕੋਲ ਆ ਜਾਂਦਾ ਹੈ 32। ਇਸ ਤੋਂ ਬਾਅਦ 4 ਨੂੰ 4 ਨਾਲ ਮਲਟੀਪਲਾਈ ਕਰਦੇ ਹਾਂ 16 ਅਤੇ ਵਿਚਕਾਰ ਜੋ ਸਾਈਨ ਹੈ ਪਲੱਸ ਦਾ। ਇਸ ਤੋਂ ਬਾਅਦ 4 ਨੂੰ 8 ਨਾਲ ਮਲਟੀਪਲਾਈ ਕਰਦੇ ਹਾਂ 32 ਅਤੇ ਸਾਈਨ ਜੋ ਹੈ ਸਾਡੇ ਕੋਲ ਵਿਚਕਾਰ
ਪਲੱਸ ਦਾ ਆ ਜਾਏਗਾ। ਤਾਂ ਬ੍ਰੈਕਟ ਦੇ ਸਾਰੀ ਟਰਮਸ ਨੂੰ ਜਦੋਂ ਅਸੀਂ ਪਲੱਸ ਕਰਦੇ ਹਾਂ ਤਾਂ ਸਾਡੇ ਕੋਲ ਬ੍ਰੈਕਟ ਦੀ ਟਰਮਸ ਦਾ ਪਲੱਸ ਕਰਨ ਤੋਂ ਬਾਅਦ ਆ ਜਾਂਦਾ ਹੈ 80, ਜਿਸ ਨੂੰ ਅਸੀਂ 2 ਨਾਲ ਹਜੇ ਮਲਟੀਪਲਾਈ ਕਰਨਾ ਹੈ। ਤਾਂ ਸਾਡੇ ਕੋਲ ਆ ਜਾਂਦਾ ਹੈ ਆਂਸਰ ਜੋ ਹੈ 160 ਸੈਂਟੀਮੀਟਰ ਸਕੁਅਰ। ਇਸ ਤਰ੍ਹਾਂ ਦੋ ਘਨਾਭ ਜਿਨ੍ਹਾਂ ਦਾ ਆਇਤਨ ਬਰਾਬਰ ਸੀ, ਉਸ ਦੇ ਸਮਾਨ ਫਲਕਾਂ ਨੂੰ ਮਿਲਾ ਕੇ ਬਣੇ 90 ਘਨਾਭ ਦਾ ਜੋ ਕੁੱਲ ਸਤ੍ਹਾ ਦਾ ਖੇਤਰਫਲ ਸੀ ਉਹ ਅਸੀਂ ਪਤਾ ਕਰ ਲਿਆ ਹੈ, ਜੋ ਕਿ ਸਾਡੇ ਕੋਲ ਆਇਆ ਹੈ 160 ਸੈਂਟੀਮੀਟਰ ਸਕੁਅਰ। ਅਸੀਂ ਕਰਦੇ ਹਾਂ ਅਭਿਆਸ 13.1 ਦਾ ਕੁਐਸਚਨ ਨੰਬਰ 2, ਜਿਸ ਦੇ ਵਿੱਚ ਸਾਨੂੰ ਕਿਹਾ ਗਿਆ ਹੈ ਕਿ ਕੋਈ ਬਰਤਨ ਇੱਕ ਖੋਖਲੇ ਅਰਧਗੋਲੇ ਦੇ ਆਕਾਰ ਦਾ ਹੈ, ਜਿਸ ਦੇ ਉੱਪਰ ਇੱਕ ਖੋਖਲਾ ਬੇਲਣ ਲੱਗਿਆ ਹੋਇਆ ਹੈ। ਅਰਧਗੋਲੇ ਦਾ ਸਾਨੂੰ ਵਿਆਸ ਜੋ ਹੈ ਉਹ ਕਿਹਾ ਗਿਆ ਹੈ 14 ਸੈਂਟੀਮੀਟਰ ਅਤੇ ਬਰਤਨ ਦੀ ਕੁੱਲ ਉਚਾਈ 13 ਸੈਂਟੀਮੀਟਰ ਹੈ। ਇਸ ਬਰਤਨ ਦਾ ਅੰਦਰੂਨੀ ਸਤ੍ਹਾ ਦਾ ਖੇਤਰਫਲ ਜੋ ਹੈ ਉਹ ਪਤਾ ਕਰਨਾ ਹੈ। ਤਾਂ ਜਿਸ ਤਰ੍ਹਾਂ ਕਿ ਅਸੀਂ ਤਸਵੀਰ ਵਿੱਚ ਦੇਖ ਪਾ ਰਹੇ ਹਾਂ ਕਿ ਸਾਡੇ ਕੋਲ ਇੱਕ ਬਰਤਨ ਦਿੱਤਾ ਹੈ, ਜਿਸ ਦੇ ਹੇਠਾਂ ਵਾਲੀ ਸਾਈਡ ਦੇ ਉੱਤੇ ਇੱਕ ਅਰਧਗੋਲਾ ਲੱਗਿਆ ਹੈ, ਜਿਸ ਦਾ ਵਿਆਸ ਜੋ ਹੈ 14 ਸੈਂਟੀਮੀਟਰ ਹੈ ਅਤੇ ਇਸ ਦੇ ਉੱਪਰ ਇੱਕ ਬੇਲਨਾਕਾਰ ਆਕ੍ਰਿਤੀ ਲੱਗੀ ਹੋਈ ਹੈ। ਤਾਂ ਕੁੱਲ ਜੋ ਇਹ ਬਰਤਨ ਹੈ ਸਾਰੇ ਦਾ ਜੋ ਉਚਾਈ ਹੈ ਉਹ 13 ਸੈਂਟੀਮੀਟਰ ਹੈ। ਅਸੀਂ ਇਸ ਦੇ ਅੰਦਰੂਨੀ ਭਾਗ ਦਾ ਖੇਤਰਫਲ ਜੋ ਹੈ ਉਹ ਪਤਾ ਕਰਨਾ ਹੈ। ਤਾਂ ਅਸੀਂ ਦੇਖ ਸਕਦੇ ਹਾਂ ਕਿ ਇੱਕ ਤਾਂ ਸਾਨੂੰ ਇਸ ਦੇ ਵਿੱਚ ਖੇਤਰਫਲ ਪਤਾ ਕਰਨਾ ਪਏਗਾ ਜੋ ਹੈ ਅਰਧਗੋਲੇ ਦਾ, ਅਤੇ ਨਾਲ ਸਾਨੂੰ ਖੇਤਰਫਲ ਜੋ ਹੈ ਉਹ ਪਤਾ ਕਰਨਾ ਪਏਗਾ ਬੇਲਣ ਦਾ। ਸਭ ਤੋਂ ਪਹਿਲਾਂ ਅਰਧਗੋਲੇ ਦਾ ਸਾਨੂੰ ਜੋ ਵਿਆਸ ਦਿੱਤਾ ਹੈ ਉਹ ਲਿਖਾਂਗੇ ਅਸੀਂ। ਅਰਧਗੋਲੇ ਦਾ ਵਿਆਸ D ਬਰਾਬਰ ਹੈ 14 ਸੈਂਟੀਮੀਟਰ ਅਤੇ ਅਰਧ ਵਿਆਸ ਜੋ ਵਿਆਸ ਦਾ ਅੱਧ ਹੁੰਦਾ ਹੈ ਅਸੀਂ ਲਿਖਾਂਗੇ 7 ਸੈਂਟੀਮੀਟਰ। ਹੁਣ ਬੇਲਨਾਕਾਰ ਭਾਗ ਦੀ ਉਚਾਈ, ਕਿਉਂਕਿ ਸਾਨੂੰ ਜੋ ਹੈ ਅਰਧ ਵਿਆਸ 7 ਸੈਂਟੀਮੀਟਰ ਦਿੱਤਾ ਹੈ, ਤਾਂ ਗੋਲੇ ਦੇ ਵਿੱਚੋਂ ਅਰਧਗੋਲੇ ਦੇ ਵਿੱਚੋਂ ਜੋ ਨੀਚੇ ਵਾਲਾ ਹਿੱਸਾ ਹੈ ਉਹ 7 ਸੈਂਟੀਮੀਟਰ ਜੋ ਹੈ ਹੋਵੇਗਾ ਅਤੇ ਬੇਲਨਾਕਾਰ ਭਾਗ ਜੋ ਹੈ ਉਸ ਦੀ ਉਚਾਈ ਸਾਡੇ ਕੋਲ ਜੋ ਬਾਕੀ ਬਚ ਜਾਏਗੀ ਉਹ ਬਚ ਜਾਏਗੀ 13 ਘਟਾਓ 7 ਯਾਨੀ ਕਿ 6 ਸੈਂਟੀਮੀਟਰ। ਇਸ ਤਰ੍ਹਾਂ ਬੇਲਨਾਕਾਰ ਭਾਗ ਦੀ ਬਕਰ ਸਤ੍ਹਾ ਦਾ ਅਸੀਂ ਹੁਣ ਖੇਤਰਫਲ ਪਤਾ ਕਰਾਂਗੇ, ਜੋ ਸਾਡੇ ਕੋਲ ਹੁੰਦਾ ਹੈ 2 ਪਾਈ RH। R ਦੀ ਜਗ੍ਹਾ ਤੇ ਅਸੀਂ ਜੋ ਹੈ 7 ਫਿਲ ਕਰਾਂਗੇ ਅਤੇ H ਜੋ ਅਸੀਂ ਹੁਣੀ ਪਤਾ ਕੀਤਾ ਹੈ 6। ਤਾਂ ਸਾਡੇ ਕੋਲ ਆ ਜਾਏਗਾ ਬੇਲਨਾਕਾਰ ਭਾਗ ਦੀ ਬਕਰ ਸਤ੍ਹਾ ਦਾ ਖੇਤਰਫਲ ਬਰਾਬਰ ਹੈ 2 ਗੁਣਾ 22/7 ਗੁਣਾ 7 ਗੁਣਾ 6। ਤਾਂ ਅਸੀਂ ਦੇਖਦੇ ਹਾਂ ਕਿ 7 ਨਾਲ ਜੋ 7 ਹੈ ਉਹ ਕੈਂਸਲ ਹੋ ਜਾਂਦਾ ਹੈ, ਕਿਉਂਕਿ 22/7 ਦੇ ਵਿੱਚ ਹਰ ਦੇ ਵਿੱਚ ਜੋ 7 ਸੀ ਉਹ 7 ਨਾਲ ਕੈਂਸਲ ਹੋ ਜਾਂਦਾ ਹੈ ਅਤੇ ਸਾਡੇ ਕੋਲ ਜੋ ਬਚ ਜਾਂਦਾ ਹੈ ਉਹ ਬਚਦਾ ਹੈ 2 ਗੁਣਾ 22 ਗੁਣਾ 6। ਤਾਂ ਇਸ ਨੂੰ ਜਦੋਂ ਅਸੀਂ ਅੱਗੇ ਹੱਲ ਕਰਦੇ ਹਾਂ ਤਾਂ ਸਾਡੇ ਕੋਲ ਆ ਜਾਂਦਾ ਹੈ 264 ਸੈਂਟੀਮੀਟਰ ਸਕੁਅਰ। ਇਸ ਤਰ੍ਹਾਂ ਅਸੀਂ ਬੇਲਨਾਕਾਰ ਭਾਗ ਦਾ ਜੋ ਖੇਤਰਫਲ ਹੈ ਉਹ ਪਤਾ ਕਰ ਲਿਆ ਹੈ। ਹੁਣ ਅਸੀਂ ਪਤਾ ਕਰਨਾ ਹੈ ਅਰਧਗੋਲਾਕਾਰ ਭਾਗ ਦਾ ਖੇਤਰਫਲ। ਤਾਂ ਜਿਸ ਤਰ੍ਹਾਂ ਸਾਨੂੰ ਪਤਾ ਹੈ ਕਿ ਅਰਧਗੋਲੇ ਦਾ ਖੇਤਰਫਲ ਜੋ ਹੁੰਦਾ ਹੈ ਉਹ ਹੁੰਦਾ ਹੈ 2 ਪਾਈ R ਸਕੁਅਰ। ਤਾਂ ਅਸੀਂ ਇਸ ਦੇ ਮੁੱਲ ਭਰ ਦਾਂਗੇ। ਤਾਂ ਜਦੋਂ ਮੁੱਲ ਭਰੇ ਤਾਂ ਸਾਡੇ ਕੋਲ 2 ਦੀ ਜਗ੍ਹਾ ਤੇ 2 ਹੀ ਆ ਗਿਆ, ਪਾਈ ਦੀ ਜਗ੍ਹਾ ਤੇ 22/7 ਅਤੇ R ਦੀ ਜਗ੍ਹਾ ਤੇ ਅਸੀਂ 7 ਭਰਾਂਗੇ ਤਾਂ ਸਾਡੇ ਕੋਲ ਆਏਗਾ 2 ਗੁਣਾ 22/7 ਗੁਣਾ 7 ਗੁਣਾ 7। ਤਾਂ ਇਸ ਤਰ੍ਹਾਂ ਅਸੀਂ ਜੋ ਹੈ
7 ਨੂੰ 7 ਦੇ ਨਾਲ ਕੈਂਸਲ ਕਰ ਸਕਦੇ ਹਾਂ, ਕਿਉਂਕਿ 22/7 ਦੇ ਵਿੱਚ ਜੋ ਹਰ ਵਿੱਚ 7 ਸੀ ਉਹ ਕੈਂਸਲ ਆਊਟ ਹੋ ਜਾਏਗਾ ਅਤੇ ਜਿਹੜੀ ਬਾਕੀ ਟਰਮ ਬਚੇਗੀ ਸਾਡੇ ਕੋਲ 2 ਗੁਣਾ 22 ਗੁਣਾ 7, ਜਿਸ ਨੂੰ ਅਸੀਂ ਜਦੋਂ ਸੋਲਵ ਕਰਦੇ ਹਾਂ ਤਾਂ ਸਾਡੇ ਕੋਲ ਆ ਜਾਂਦਾ ਹੈ 308 ਸੈਂਟੀਮੀਟਰ ਸਕੁਅਰ। ਹੁਣ ਕਿਉਂਕਿ ਅਸੀਂ ਜਿਸ ਤਰ੍ਹਾਂ ਪਹਿਲਾਂ ਦੇਖਿਆ ਸੀ ਕਿ ਕੁੱਲ ਬਰਤਨ ਦਾ ਖੇਤਰਫਲ ਕਿਸ ਦੇ ਬਰਾਬਰ ਹੈ, ਬੇਲਾਕਾਰ ਭਾਗ ਅਤੇ ਅਰਧ ਗੋਲਾਕਾਰ ਭਾਗ ਦੇ ਖੇਤਰਫਲ ਦੇ ਜੋੜ ਦੇ ਬਰਾਬਰ ਹੈ, ਤਾਂ ਬਰਤਨ ਦੀ ਅੰਦਰੂਨੀ ਸਤ੍ਹਾ ਦਾ ਖੇਤਰਫਲ ਬਰਾਬਰ ਹੈ ਬੇਲਾਕਾਰ ਭਾਗ ਦਾ ਖੇਤਰਫਲ ਪਲਸ ਅਰਧ ਗੋਲਾਕਾਰ ਭਾਗ ਦਾ ਖੇਤਰਫਲ। ਇੱਥੇ ਅਸੀਂ ਹੁਣ ਦੋਨਾਂ ਦਾ ਜੋੜ ਕਰਾਂਗੇ ਤਾਂ 264 ਸੈਂਟੀਮੀਟਰ ਸਕੁਅਰ ਪਲਸ 308 ਸੈਂਟੀਮੀਟਰ ਸਕੁਅਰ। ਜਦੋਂ ਅਸੀਂ ਇਸ ਦਾ ਜੋੜ ਕਰਦੇ ਹਾਂ ਤਾਂ ਸਾਡੇ ਕੋਲ ਆ ਜਾਂਦਾ ਹੈ 572 ਸੈਂਟੀਮੀਟਰ ਸਕੁਅਰ। ਇਸ ਤਰ੍ਹਾਂ ਜੋ ਸਾਡੇ ਕੋਲ ਬਰਤਨ ਸੀ ਉਸ ਦੀ ਅੰਦਰੂਨੀ ਸਤ੍ਹਾ ਦਾ ਖੇਤਰਫਲ ਸਾਡੇ ਕੋਲ ਆ ਗਿਆ ਹੈ 572 ਸੈਂਟੀਮੀਟਰ ਸਕੁਅਰ। ਹੁਣ ਅਸੀਂ ਕਰਾਂਗੇ ਅਭਿਆਸ 13.1 ਦਾ ਕੁਐਸਚਨ ਨੰਬਰ 3, ਜਿਸ ਦੇ ਵਿੱਚ ਸਾਨੂੰ ਕਿਹਾ ਗਿਆ ਹੈ ਕਿ ਇੱਕ ਖਿਡੌਣਾ ਅਰਧ ਵਿਆਸ 3.5 ਸੈਂਟੀਮੀਟਰ ਵਾਲੇ ਸ਼ੰਕੂ ਦੇ ਆਕਾਰ ਦਾ ਹੈ ਜੋ ਉਸੇ ਅਰਧ ਵਿਆਸ ਵਾਲੇ ਇੱਕ ਅਰਧ ਗੋਲੇ ਤੇ ਟਿਕਿਆ ਹੈ। ਇਸ ਖਿਡੌਣੇ ਦੀ ਕੁੱਲ ਉਚਾਈ 15.5 ਸੈਂਟੀਮੀਟਰ ਹੈ। ਇਸ ਖਿਡੌਣੇ ਦੀ ਕੁੱਲ ਸਤ੍ਹਾ ਦਾ ਖੇਤਰਫਲ ਜੋ ਹੈ ਉਹ ਪਤਾ ਕਰੋ। ਜਿਸ ਤਰ੍ਹਾਂ ਕਿ ਅਸੀਂ ਤਸਵੀਰ ਵਿੱਚ ਦੇਖ ਪਾ ਰਹੇ ਹਾਂ ਕਿ ਸਾਡੇ ਕੋਲ ਇੱਕ ਅਰਧ ਗੋਲਾ ਹੈ ਜਿਸ ਦੇ ਉੱਪਰ ਇੱਕ ਸ਼ੰਕੂ ਲੱਗਿਆ ਹੋਇਆ ਹੈ। ਅਰਧ ਗੋਲਾਕਾਰ ਆਕ੍ਰਿਤੀ ਅਤੇ ਸ਼ੰਕੂ ਜੋ ਹੈ ਦੋਹਾਂ ਦਾ ਅਰਧ ਵਿਆਸ ਸਾਡੇ ਕੋਲ 3.5 ਸੈਂਟੀਮੀਟਰ ਹੈ। ਖਿਡੌਣੇ ਦੀ ਕੁੱਲ ਉਚਾਈ ਜੋ ਹੈ ਉਹ 15.5 ਸੈਂਟੀਮੀਟਰ ਹੈ। ਅਸੀਂ ਇਸ ਦਾ ਜੋ ਕੁੱਲ ਸਤ੍ਹਾ ਦਾ ਖੇਤਰਫਲ ਹੈ ਉਹ ਪਤਾ ਕਰਨਾ ਹੈ। ਜਿਸ ਤਰ੍ਹਾਂ ਕਿ ਅਸੀਂ ਦੇਖ ਪਾ ਰਹੇ ਹਾਂ ਕਿ ਸਾਨੂੰ ਕੁੱਲ ਸਤ੍ਹਾ ਦਾ ਖੇਤਰਫਲ ਪਤਾ ਕਰਨ ਦੇ ਲਈ ਸਭ ਤੋਂ ਪਹਿਲਾਂ ਇਸ ਦੇ ਸ਼ੰਕੂ ਦੀ ਵਕਰ ਸਤ੍ਹਾ ਦਾ ਖੇਤਰਫਲ ਪਤਾ ਕਰਨਾ ਪਏਗਾ ਅਤੇ ਇਸ ਦੇ ਨਾਲ ਨਾਲ ਅਰਧ ਗੋਲੇ ਦੀ ਜੋ ਵਕਰ ਸਤ੍ਹਾ ਹੈ ਉਸ ਦਾ ਖੇਤਰਫਲ ਪਤਾ ਕਰਨਾ ਪਏਗਾ। ਤਾਂ ਅਰਧ ਗੋਲੇ ਦਾ ਜੋ ਅਰਧ ਵਿਆਸ ਹੈ ਸਾਨੂੰ ਦਿੱਤਾ ਹੈ 3.5 ਸੈਂਟੀਮੀਟਰ। ਖਿਡੌਣੇ ਦੀ ਕੁੱਲ ਉਚਾਈ 15.5 ਸੈਂਟੀਮੀਟਰ। ਇਸ ਦੇ ਵਿੱਚੋਂ ਜੋ ਸ਼ੰਕੂ ਆਕਾਰ ਹੈ ਉਸ ਦੀ ਉਚਾਈ ਆ ਜਾਏਗੀ ਸਾਡੇ ਕੋਲ 15.5 ਘਟਾਓ ਅਰਧ ਗੋਲੇ ਦੀ ਉਚਾਈ ਜਾਂ ਅਰਧ ਗੋਲੇ ਦਾ ਅਰਧ ਵਿਆਸ ਵੀ ਕਹਿ ਸਕਦੇ ਹਾਂ ਅਸੀਂ ਇਸ ਨੂੰ। ਤਾਂ ਸਾਡੇ ਕੋਲ ਆ ਜਾਏਗਾ 15.5 ਮਾਈਨਸ 3.5। ਤਾਂ ਸਾਡੇ ਕੋਲ ਜੋ ਸ਼ੰਕੂ ਆਕਾਰ ਭਾਗ ਹੈ ਉਸ ਦੀ ਉਚਾਈ ਆ ਜਾਏਗੀ 12 ਸੈਂਟੀਮੀਟਰ। ਹੁਣ ਖੇਤਰਫਲ ਪਤਾ ਕਰਨ ਦੇ ਲਈ ਸਭ ਤੋਂ ਪਹਿਲਾਂ ਸਾਨੂੰ L ਦੇ ਮੁੱਲ ਦੀ ਜ਼ਰੂਰਤ ਪਏਗੀ। ਜਿਸ ਤਰ੍ਹਾਂ ਅਸੀਂ ਸੂਤਰ ਕੀਤੇ ਸਨ ਤਾਂ ਉਸ ਸਮੇਂ ਵੀ ਅਸੀਂ ਇਸ ਗੱਲ ਦੀ ਬਾਰੇ ਵਿੱਚ ਚਰਚਾ ਕੀਤੀ ਸੀ ਕਿ L ਕੀ ਚੀਜ਼ ਹੈ। L ਹੈ ਸਾਡੇ ਕੋਲ ਤਿਰਛੀ ਉਚਾਈ ਜਿਸ ਦਾ ਮੁੱਲ ਹੁੰਦਾ ਹੈ r² ਪਲਸ h² ਸਾਰੇ ਦਾ ਸਕੁਅਰ ਰੂਟ। ਜਦੋਂ ਅਸੀਂ r ਦਾ ਮੁੱਲ ਇੱਥੇ ਫਿਲ ਕਰਦੇ ਹਾਂ ਤਾਂ ਉਹ ਸਾਡੇ ਕੋਲ ਆ ਜਾਂਦਾ ਹੈ 3.5 ਦਾ ਸਕੁਅਰ ਪਲਸ 12 ਦਾ ਸਕੁਅਰ। 3.5 ਨੂੰ ਜਦੋਂ ਅਸੀਂ ਸਕੁਅਰ ਕਰਦੇ ਹਾਂ ਯਾਨੀ ਕਿ 3.5 ਨੂੰ 3.5 ਦੇ ਨਾਲ ਹੀ ਮਲਟੀਪਲਾਈ ਕੀਤਾ ਜਾਂਦਾ ਹੈ ਤਾਂ ਸਾਡੇ ਕੋਲ ਆ ਜਾਂਦਾ ਹੈ 12.25 ਜੋੜ 144 ਸਾਰੇ ਦਾ ਸਕੁਅਰ ਰੂਟ। ਤਾਂ ਸਾਡੇ ਕੋਲ ਪਲਸ ਕਰਨ ਤੋਂ ਬਾਅਦ ਆ ਜਾਂਦਾ ਹੈ 156.25। ਤਾਂ ਹੁਣ ਇਸ ਦਾ ਅਸੀਂ ਸਕੁਅਰ ਰੂਟ ਯਾਨੀ ਕਿ ਵਰਗਮੂਲ ਪਤਾ ਕਰਨਾ ਹੈ। ਪਿਆਰੇ ਬੱਚੋ, ਅਸੀਂ 9th ਕਲਾਸ ਦੇ ਵਿੱਚ ਵਰਗਮੂਲ ਪਤਾ ਕਰਨਾ ਬੜੇ ਵਿਸਤਾਰ ਦੇ ਨਾਲ ਸਿੱਖਿਆ ਸੀ। ਉਸ ਦੇ ਵਿੱਚ ਅਸੀਂ 2 ਮੈਥਡ ਦੇ ਨਾਲ
ਜੋ ਵਰਗਮੂਲ ਪਤਾ ਕਰਨਾ ਸਿੱਖਿਆ ਸੀ ਉਹਨਾਂ ਵਿੱਚੋਂ ਕੋਈ ਵੀ ਮੈਥਡ ਲਗਾ ਕੇ ਅਸੀਂ ਜੋ ਵਰਗਮੂਲ ਹੈ ਪਤਾ ਕਰ ਸਕਦੇ ਹਾਂ। ਤਾਂ ਇੱਥੇ ਸਾਡੇ ਕੋਲ ਜੋ ਵਰਗਮੂਲ ਪ੍ਰਾਪਤ ਹੋ ਜਾਏਗਾ ਉਹ ਆ ਜਾਏਗਾ 12.5 ਸੈਂਟੀਮੀਟਰ। ਹੁਣ ਖਿਡੌਣੇ ਦੀ ਕੁੱਲ ਸਤ੍ਹਾ ਦਾ ਖੇਤਰਫਲ, ਇਹ ਸਾਡੇ ਕੋਲ ਆ ਜਾਏਗਾ ਸ਼ੰਕੂ ਦਾ ਖੇਤਰਫਲ ਪਲੱਸ ਅਰਧਗੋਲੇ ਦਾ ਖੇਤਰਫਲ। ਤਾਂ ਸਾਡੇ ਕੋਲ ਅਰਧਗੋਲੇ ਦਾ ਜੋ ਖੇਤਰਫਲ ਹੁੰਦਾ ਹੈ 2 ਪਾਈ ਆਰ ਸਕੁਅਰ, ਸ਼ੰਕੂ ਦਾ ਖੇਤਰਫਲ ਪਾਈ ਆਰ ਐਲ। ਤਾਂ ਅਸੀਂ ਜੋ ਹੈ ਇੱਥੇ ਇਹਨਾਂ ਦੇ ਮੁੱਲ ਜੋ ਹਨ ਉਹ ਫਿਲ ਕਰ ਦੇਵਾਂਗੇ। ਤਾਂ ਪਾਈ ਦੀ ਜਗ੍ਹਾ ਤੇ 22/7, ਆਰ ਦੀ ਜਗ੍ਹਾ ਤੇ 3.5 ਅਤੇ ਐਲ ਦੀ ਜਗ੍ਹਾ ਤੇ 12.5। ਤਾਂ ਇੱਥੇ ਜਦੋਂ ਇਸ ਦੇ ਵਿੱਚੋਂ ਅਸੀਂ ਅੱਗੇ ਇਸ ਨੂੰ ਹੱਲ ਕਰਦੇ ਹਾਂ ਤਾਂ ਅਸੀਂ ਇਸ ਨੂੰ ਲਿਖ ਸਕਦੇ ਹਾਂ ਕਿ 2 ਗੁਣਾ 22/7 ਗੁਣਾ 35/10 ਗੁਣਾ 35/10 ਬ੍ਰੈਕਟ ਕਲੋਜ਼ ਪਲੱਸ 22/7 ਗੁਣਾ 35/10 ਗੁਣਾ 125/10। ਜੋ ਵੀ ਟਰਮਸ ਆਪਸ ਵਿੱਚ ਕੈਂਸਲ ਆਊਟ ਹੁੰਦੀਆਂ ਹਨ ਉਹਨਾਂ ਨੂੰ ਅਸੀਂ ਕੈਂਸਲ ਆਊਟ ਕਰ ਦੇਵਾਂਗੇ। ਤਾਂ ਕੈਂਸਲ ਆਊਟ ਕਰਨ ਤੋਂ ਬਾਅਦ ਸਾਡੇ ਕੋਲ ਆ ਜਾਂਦਾ ਹੈ 77 ਪਲੱਸ 137.5 ਸਾਰੇ ਦਾ ਸਕੁਅਰ ਸੈਂਟੀਮੀਟਰ ਸਕੁਅਰ। ਤਾਂ ਹੁਣ ਅਸੀਂ ਇਸ ਨੂੰ ਜਦੋਂ ਅੱਗੇ ਪਲੱਸ ਕਰਦੇ ਹਾਂ ਤਾਂ ਸਾਡੇ ਕੋਲ ਖਿਡੌਣੇ ਦੀ ਕੁੱਲ ਸਤ੍ਹਾ ਦਾ ਖੇਤਰਫਲ ਆ ਜਾਂਦਾ ਹੈ 214.5 ਸੈਂਟੀਮੀਟਰ ਸਕੁਅਰ। ਇਸ ਤਰ੍ਹਾਂ ਅਸੀਂ ਇੱਕ ਜੋ ਖਿਡੌਣਾ ਸੀ ਉਸ ਦਾ ਖੇਤਰਫਲ ਪਤਾ ਕਰ ਸਕਦੇ ਹਾਂ ਜਿਸ ਦਾ ਜੋ ਆਧਾਰ ਸੀ ਉਹ ਅਰਧਗੋਲਾਕਾਰ ਸੀ ਅਤੇ ਉਸ ਦੇ ਉੱਪਰ ਸ਼ੰਕੂ ਲੱਗਿਆ ਹੋਇਆ ਸੀ। ਹੁਣ ਇਸ ਕੁਐਸਚਨ ਤੋਂ ਬਾਅਦ ਅਸੀਂ ਕਰਦੇ ਹਾਂ ਅਗਲਾ ਕੁਐਸਚਨ ਨੰਬਰ 4, ਜਿਸ ਦੇ ਵਿੱਚ ਸਾਨੂੰ ਕਿਹਾ ਹੈ ਕਿ ਭੁਜਾ 7 ਸੈਂਟੀਮੀਟਰ ਵਾਲੇ ਇੱਕ ਘਨਾਕਾਰ ਬਲਾਕ ਦੇ ਉੱਪਰ ਇੱਕ ਅਰਧਗੋਲਾ ਰੱਖਿਆ ਹੋਇਆ ਹੈ। ਅਰਧਗੋਲੇ ਦਾ ਵੱਧ ਤੋਂ ਵੱਧ ਵਿਆਸ ਕੀ ਹੋ ਸਕਦਾ ਹੈ ਅਤੇ ਇਸ ਤਰ੍ਹਾਂ ਬਣੇ ਠੋਸ ਦੀ ਕੁੱਲ ਸਤ੍ਹਾ ਦਾ ਖੇਤਰਫਲ ਪਤਾ ਕਰੋ। ਜਿਸ ਤਰ੍ਹਾਂ ਕਿ ਅਸੀਂ ਤਸਵੀਰ ਵਿੱਚ ਦੇਖ ਪਾ ਰਹੇ ਹਾਂ ਕਿ ਸਾਡੇ ਕੋਲ ਜੋ ਹੈ ਇੱਕ ਘਨ ਹੈ ਜਿਸ ਦੀ ਸਾਰੀਆਂ ਭੁਜਾਵਾਂ ਜੋ ਹਨ 7 ਸੈਂਟੀਮੀਟਰ ਦੀਆਂ ਹਨ। ਇਸ ਦੇ ਉੱਪਰ ਇੱਕ ਅਰਧਗੋਲਾ ਰੱਖਿਆ ਹੋਇਆ ਹੈ। ਅਸੀਂ ਇਸ ਅਰਧਗੋਲੇ ਦਾ ਵੱਧ ਤੋਂ ਵੱਧ ਵਿਆਸ ਕਿੰਨਾ ਹੋ ਸਕਦਾ ਹੈ ਇਹ ਪਤਾ ਕਰਨਾ ਹੈ ਅਤੇ ਇਸ ਤੋਂ ਬਾਅਦ ਜੋ ਸਾਡੇ ਕੋਲ ਇਹ ਠੋਸ ਪ੍ਰਾਪਤ ਹੋਇਆ ਹੈ ਇਸ ਦਾ ਜੋ ਕੁੱਲ ਸਤ੍ਹਾ ਦਾ ਖੇਤਰਫਲ ਪਤਾ ਕਰਨਾ ਹੈ। ਤਾਂ ਸਾਡੇ ਕੋਲ ਘਨਾਕਾਰ ਬਲਾਕ ਦੀ ਭੁਜਾ ਬਰਾਬਰ ਹੈ 7 ਸੈਂਟੀਮੀਟਰ। ਘਨਾਕਾਰ ਬਲਾਕ ਦੀ ਕੁੱਲ ਸਤ੍ਹਾ ਦਾ ਖੇਤਰਫਲ 6 ਗੁਣਾ ਭੁਜਾ ਸਕੁਅਰ ਯਾਨੀ ਕਿ ਐਲ ਸਕੁਅਰ। ਤਾਂ ਸਾਨੂੰ ਭੁਜਾ ਜੋ ਹੈ 7 ਸੈਂਟੀਮੀਟਰ ਦਿੱਤੀ ਹੋਈ ਹੈ ਤਾਂ ਅਸੀਂ ਇੱਥੇ ਲਿਖਾਂਗੇ 6 ਗੁਣਾ 7 ਦਾ ਸਕੁਅਰ ਯਾਨੀ ਕਿ 6 ਗੁਣਾ 49, ਜਿਸ ਨੂੰ ਜਦੋਂ ਅਸੀਂ ਅੱਗੇ ਹੱਲ ਕਰਦੇ ਹਾਂ ਤਾਂ ਸਾਡੇ ਕੋਲ ਆ ਜਾਂਦਾ ਹੈ 294 ਸੈਂਟੀਮੀਟਰ ਸਕੁਅਰ। ਤਾਂ ਜੋ ਘਨ ਆਕਾਰ ਦਾ ਬਲਾਕ ਸੀ ਉਸ ਦਾ ਕੁੱਲ ਸਤ੍ਹਾ ਦਾ ਖੇਤਰਫਲ ਆ ਜਾਂਦਾ ਹੈ ਸਾਡੇ ਕੋਲ 294 ਸੈਂਟੀਮੀਟਰ ਸਕੁਅਰ। ਹੁਣ ਅਰਧਗੋਲੇ ਦਾ ਅਰਧ ਵਿਆਸ, ਕਿਉਂਕਿ ਇਸ ਦਾ ਸਭ ਤੋਂ ਵੱਡਾ ਵਿਆਸ ਕੀ ਹੋ ਸਕਦਾ ਸੀ ਜਿੰਨੀ ਕਿ ਇਸ ਬਲਾਕ ਦੀ ਭੁਜਾ ਸੀ। ਇਸ ਤਰ੍ਹਾਂ ਸਾਡਾ ਅਰਧ ਵਿਆਸ ਆ ਜਾਏਗਾ 3.5 ਸੈਂਟੀਮੀਟਰ। ਹੁਣ ਅਸੀਂ ਪਤਾ ਕਰਨਾ ਹੈ ਕੁੱਲ ਸਤ੍ਹਾ ਦਾ ਖੇਤਰਫਲ। ਜਿਸ ਤਰ੍ਹਾਂ ਕਿ ਸਾਨੂੰ ਪਤਾ ਹੈ ਕਿ ਕੁੱਲ ਸਤ੍ਹਾ ਦਾ ਜੋ ਖੇਤਰਫਲ ਹੈ ਉਹ ਸਾਡੇ ਕੋਲ ਆ ਜਾਏਗਾ ਜਿੰਨਾ ਸਾਡੇ ਕੋਲ ਕੁੱਲ ਘਨ ਦਾ ਖੇਤਰਫਲ ਹੈ ਇਸ ਦੇ ਵਿੱਚੋਂ ਜੋ ਸਤ੍ਹਾ ਗੋਲੇ ਦੇ ਅਰਧਗੋਲੇ ਦੇ ਆਧਾਰ ਨੇ ਢਕੀ ਹੋਈ ਹੈ
ਉਹ ਵਿੱਚੋਂ ਮਾਈਨਸ ਹੋ ਜਾਏਗੀ ਅਤੇ ਇਸ ਦੇ ਨਾਲ ਜੋ ਅਰਧਗੋਲਾ ਹੈ ਉਸ ਦਾ ਜੋ ਖੇਤਰਫਲ ਹੈ ਉਹ ਵਿੱਚ ਜੁੜ ਜਾਏਗਾ। ਯਾਨੀ ਕਿ ਅਸੀਂ ਇਸ ਨੂੰ ਲਿਖਾਂਗੇ 6l² ਮਾਈਨਸ ਪਾਈ r ਸਕੁਅਰ ਪਲਸ 2πr²। 6l² ਜਿਹੜਾ ਘਨ ਸੀ ਉਸ ਦਾ ਖੇਤਰਫਲ, πr² ਜਿਹੜਾ ਅਰਧਗੋਲਾ ਅਸੀਂ ਬਲਾਕ ਦੇ ਉੱਪਰ ਰੱਖਿਆ ਹੈ ਉਸ ਦਾ ਆਧਾਰ, ਅਤੇ 2πr² ਜੋ ਉਸਦੀ ਪਾਸਵੀ ਸਤ੍ਹਾ ਹੈ। ਇਸ ਨੂੰ ਜਦੋਂ ਅਸੀਂ ਅੱਗੇ ਹੱਲ ਕਰਦੇ ਹਾਂ ਤਾਂ ਇਹ ਸਾਡੇ ਕੋਲ ਆ ਜਾਂਦਾ ਹੈ 6l² ਪਲਸ πr²। ਹੁਣ ਅਸੀਂ ਇੱਥੇ ਇਸ ਦੇ ਮੁੱਲ ਭਰਦੇ ਹਾਂ ਤਾਂ ਅਸੀਂ 6l² ਦਾ ਮੁੱਲ ਜੋ ਹੈ ਉਹ ਆਲਰੇਡੀ ਡਿਸਕਸ ਕਰ ਚੁੱਕੇ ਹਾਂ। ਉਹ ਸਾਡੇ ਕੋਲ ਆਇਆ ਸੀ 294 ਅਤੇ ਸਾਡੇ ਕੋਲ ਜੋ πr² ਹੈ, ਪਾਈ ਦੀ ਜਗ੍ਹਾ ਤੇ 22/7, r ਦੀ ਜਗ੍ਹਾ ਤੇ 3.5 ਗੁਣਾ 3.5, ਜਿਸ ਨੂੰ ਅਸੀਂ ਲਿਖ ਸਕਦੇ ਹਾਂ 35/10 ਗੁਣਾ 35/10। ਇਸ ਦੇ ਵਿੱਚੋਂ ਜੋ 7 ਅਤੇ 35 ਹਨ ਉਹ ਆਪਸ ਵਿੱਚ ਕੈਂਸਲ ਆਊਟ ਹੋ ਜਾਣਗੇ ਅਤੇ ਸਾਡੇ ਕੋਲ ਆ ਜਾਏਗਾ 294 ਜੋੜ 37 77/2, ਜਿਸ ਨੂੰ ਅਸੀਂ ਅੱਗੇ ਕੱਟ ਕਰਕੇ ਲਿਖ ਸਕਦੇ ਹਾਂ 332.5 ਸੈਂਟੀਮੀਟਰ ਸਕੁਅਰ। ਇਸ ਤਰ੍ਹਾਂ ਅਸੀਂ ਇੱਕ ਘਨ ਦੇ ਵਿੱਚੋਂ ਜੇਕਰ ਅਰਧਗੋਲਾ ਕੱਟ ਲੈਂਦੇ ਹਾਂ ਤਾਂ ਬਾਕੀ ਬਚੇ ਹਿੱਸੇ ਦਾ ਖੇਤਰਫਲ ਜੋ ਹੈ ਪਤਾ ਕਰ ਸਕਦੇ ਹਾਂ। ਪਿਆਰੇ ਬੱਚੋ, ਅੱਜ ਦੇ ਲਈ ਅਸੀਂ ਇੰਨਾ ਹੀ ਕਰਾਂਗੇ। ਜਾਣ ਤੋਂ ਪਹਿਲਾਂ ਘਰ ਦਾ ਕੰਮ, ਤੁਸੀਂ ਜੋ ਸਾਡੀ ਗਣਿਤ ਦੀ ਕਿਤਾਬ ਹੈ ਉਸ ਦੇ ਵਿੱਚ 13.1 ਅਭਿਆਸ ਦੇ ਜੋ ਵੀ ਉਦਾਹਰਨਾਂ ਹਨ ਉਸ ਨੂੰ ਕਾਪੀ ਉੱਤੇ ਹੱਲ ਕਰਨਾ ਹੈ ਤਾਂ ਕਿ ਤੁਹਾਨੂੰ ਸਾਰੇ ਸਵਾਲ ਚੰਗੀ ਤਰ੍ਹਾਂ ਸਮਝ ਆ ਜਾਣ। ਆਸ ਕਰਦਾ ਹਾਂ ਕਿ ਤੁਹਾਨੂੰ ਅੱਜ ਦਾ ਜੋ ਕਲਾਸ ਵਿੱਚ ਅਸੀਂ ਕੰਮ ਕੀਤਾ ਹੈ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਇਸੇ ਆਸ ਦੇ ਨਾਲ ਕੱਲ ਫਿਰ ਮਿਲਾਂਗੇ। ਤਦ ਤੱਕ ਲਈ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।